ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਭਾਈ ਸਾਹਿਬ ਭਾਈ ਗੁਰਦਾਸ ਜੀ ਕਥਨ ਕਰਦੇ ਹਨ, ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ। ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਹਾਂ, ਬਲਹਾਰ ਹਾਂ, ਜਿਹੜੇ ਅੱਜ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਗੁਰਪੁਰਬ ਮਨਾ ਰਹੇ ਹਨ। ਗੁਰਪੁਰਬ ਮਨਾਉਣ ਦਾ ਭਾਵ ਅਰਥ ਕੀ ਹੈ? ਭਾਵ ਅਰਥ ਇਹ ਨਹੀਂ ਕਿ ਵੱਡੇ ਵੱਡੇ ਪੰਡਾਲ ਲਗਾ ਲੈਣੇ, ਵੱਡੇ ਵੱਡੇ ਲੰਗਰ ਲਗਾ ਦੇਣੇ, ਵੱਡਾ ਦਿਖਾਵਾ ਕਰ ਦੇਣਾ। ਸਭ ਤੋਂ ਮੇਨ ਭਾਵ ਅਰਥ ਗੁਰਮੁਖ ਪਿਆਰਿਓ ਇਹ ਹੈ ਕਿ ਅੱਜ ਅਸੀਂ ਜ਼ਿਆਦਾ ਤੋਂ ਜ਼ਿਆਦਾ ਗੁਰੂ ਕਲਗੀਧਰ ਪਾਤਸ਼ਾਹ ਦੇ ਇਤਿਹਾਸ ਦੀ ਵਿਚਾਰ ਕਰੀਏ, ਜ਼ਿਆਦਾ ਤੋਂ ਜ਼ਿਆਦਾ ਆਪਣੇ ਹਿਰਦੇ 'ਚ ਝਾਤ ਮਾਰੀਏ ਕਿ ਅਸੀਂ ਕਿੰਨਾ ਕੁ ਗੁਰੂ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਕੀਤਾ ਹੋਇਆ, ਤੇ ਨਹੀਂ ਤੇ ਫਿਰ ਅਰਦਾਸ ਕਰਕੇ ਜਾਈਏ ਤੇ ਪ੍ਰਣ ਕਰੀਏ, ਸਤਿਗੁਰੂ ਕਿਰਪਾ ਕਰੋ ਆਪ ਜੀ ਦੇ ਪਾਏ ਪੂਰਨਿਆਂ ਤੇ ਚੱਲ ਸਕੀਏ। ਲੰਗਰ ਲਗਾਉਣਾ ਇੱਕ ਗੁਰੂ ਘਰ ਦੀ ਮਰਜ਼ਾਦਾ ਹੈ, ਪਰ ਲੰਗਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭੁੱਖੇ ਸਾਧੂਆਂ ਲਈ ਲਗਾਇਆ ਸੀ, ਤੇ ਅੱਜ ਜ਼ਿਆਦਾਤਰ ਅਸੀਂ ਰੱਜੇ ਸਾਧੂਆਂ ਵਾਸਤੇ ਲਗਾਉਂਦੇ ਹਾਂ। ਜੇ ਭੁੱਖਾ ਕੋਈ ਆ ਜਾਏ ਉਹਨੂੰ ਕਹਿੰਦੇ ਰੁਕ ਜਾ, ਪਹਿਲਾਂ ਬਾਕੀ ਸਾਰਿਆਂ ਨੂੰ ਛਕ ਲੈਣ ਦੇ, ਫਿਰ ਤੇਰੀ ਵਾਰੀ ਆਏਗੀ। ਸੰਗਤ ਤੇ ਪੰਗਤ ਦੀ ਮਰਜ਼ਾਦਾ ਨੂੰ ਬਹਾਲ ਕਰਨਾ ਬੜਾ ਜ਼ਰੂਰੀ ਹੈ। ਸੋ ਗੁਰਮੁਖ ਪਿਆਰਿਓ, ਸਤਿਗੁਰੂ ਮਹਾਰਾਜ ਕਲਗੀਧਰ ਪਿਤਾ ਜੀ ਦੇ ਪ੍ਰਕਾਸ਼ ਦਿਹਾੜਾ ਮਨਾਉਂਦੀ ਹੋਈ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਜਿਵੇਂ ਦੁਆਪਰ ਯੁੱਗ ਦੇ ਅਵਤਾਰ ਜਦੋਂ ਮੈਂ ਉਹਨਾਂ ਦੀ ਰਚਨਾ ਤੱਕਦਾ ਹਾਂ ਤੇ ਉਹ ਆਖਦੇ ਹਨ, ਜਦਾ ਜਦਾ ਹੈ ਧਰਮਸਿਆ ਗਲਾਨੀ ਭਵਤੇ ਭਾਰਤ, ਆਵੇ ਤੋ ਥਾਨਮ ਧਰਮਸਿਆ ਤਦਾਦ ਮਾਨਵ ਸੋ ਜਾਮੈ ਹਮ, ਪ੍ਰਵਤਰ ਨਾਮ ਸਾਧੂ ਨਾਮ ਵਿਨਾਸ਼ ਚਾਹੇ ਚਾ ਦੁਸ਼ਟ ਕਾਮ, ਧਰਮ ਸਥਾਪਨਤ ਸੰਭਵਾਮੇ ਜੁਗੇ ਜੁਗੇ। ਤੇ ਇਸੇ ਤਰ੍ਹਾਂ ਗੁਰੂ ਕੋ ਆਖਦੇ ਹਨ ਕਿ ਹੇ ਅਰਜਨ, ਜਦੋਂ ਜਦੋਂ ਧਰਮ ਦੀ ਹਾਨੀ ਹੁੰਦੀ ਮੈਨੂੰ ਆਪਣੇ ਆਪ ਤੋਂ ਅਵਤਾਰ ਹੁੰਦਾ ਹਾਂ, ਆਪਣੇ ਆਪ ਤੋਂ ਅਵਤਾਰ ਧਾਰਨ ਕਰਦਾ ਹਾਂ। ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਵੀਆਂ ਦੇ ਕਵੀ, ਜਰਨੈਲਾਂ ਦੇ ਜਰਨੈਲ, ਸ਼ਹਿਨਸ਼ਾਹ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ, ਬਾਦਸ਼ਾਹ ਦੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਦੋਂ ਮੈਂ ਸਤਿਗੁਰਾਂ ਨੂੰ ਤੇਗ ਦੇ ਧਨੀ ਵੱਲ ਤੱਕਦਾ ਹਾਂ ਤੇ ਆਪ ਦਾ ਕੋਈ ਸਾਨੀ ਨਹੀਂ ਹੈ। ਇੱਕ ਕਵੀ ਨੇ ਬੜਾ ਸੁੰਦਰ ਲਿਖਿਆ ਹੈ, ਜਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਜੇ ਜਨਨੀ ਮਾਂ ਇੱਕ ਬੱਚੇ ਨੂੰ ਜਨਮ ਦਿੰਦੀ ਹੈ, ਜਾਂ ਉਹ ਭਗਤ ਹੋਵੇ, ਜਾਂ ਦਾਤਾ ਹੋਵੇ, ਦਾਨੀ ਹੋਵੇ, ਤੇ ਜਾਂ ਉਹ ਸੂਰਮਾ ਹੋਵੇ। ਪਰ ਜਦੋਂ ਮੈਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਵਿੱਚੋਂ ਸਤਿਗੁਰਾਂ ਦੇ ਜੀਵਨ ਦੇ ਦਰਸ਼ਨ ਕਰਦਾ ਹਾਂ ਤੇ ਜਨਨੀ ਜਨੇ ਤਾਂ ਭਗਤ ਜਨ, ਆਪ ਤੋਂ ਵੱਡਾ ਕੋਈ ਦੁਨੀਆ 'ਚ ਕਿਤੇ ਭਗਤ ਨਹੀਂ ਹੋ ਸਕਦਾ। ਆਪ ਦੇ ਵਰਗਾ ਕੋਈ ਭਗਤ ਤਪਸਵੀ ਨਹੀਂ ਹੋ ਸਕਦਾ। ਪੁਰਬਲੇ ਜਨਮਾਂ ਦੀ ਤਪੱਸਿਆ ਬਾਰੇ ਵੀ ਆਪ ਲਿਖਦੇ ਹਨ, ਕਹਿ ਦਾਨੀ ਕਹਿ ਸੂਰ। ਜੇ ਦਾਨੀ ਦਾਨ ਕਰਨ ਵਾਲਾ ਦੇਖਦਾ ਤੇ ਸਤਿਗੁਰ ਨੇ ਤੇ ਸਰਬੰਸ ਹੀ ਦਾਨ ਕਰ ਦਿੱਤਾ। ਜੇ ਸੂਰਮਾ ਦੇਖਦਾ ਹਾਂ ਤੇ ਸਤਿਗੁਰ ਨੂੰ ਮਹਾਰਾਜ ਨੂੰ ਸੈਦ ਖਾਨ ਜਰਨੈਲ ਸਾਹਮਣੇ ਆਇਆ, ਤੇਗ ਵੀ ਚੁੱਕਣ ਦੀ ਲੋੜ ਨਹੀਂ ਪਈ। ਇੱਕ ਨੇਤਰਾਂ ਦਾ ਨੂਰ ਹੀ ਇਹੋ ਜਿਹਾ ਸੀ, ਜਦੋਂ ਰੂਹਾਨੀ ਨਜ਼ਰ ਨਾਲ ਹੀ ਤੱਕਿਆ ਤੇ ਉਹਦੇ ਹੱਥੋਂ ਉੱਥੇ ਤੇਗ ਡਿੱਗ ਪਈ ਸੀ। ਗੁਰੂ ਕਲਗੀਧਰ ਪਾਤਸ਼ਾਹ ਕਿਹੋ ਜਿਹੇ ਸੂਰਮੇ ਸਨ, ਕਿਹੋ ਜਿਹੇ ਤੇਗ ਦੇ ਤੇ ਕਲਮ ਦੇ ਧਨੀ ਕਿਹੋ ਜਿਹੇ ਸਨ। ਜਦੋਂ ਕਲਮ ਦੇ ਨਾਲ ਸੱਚਾਈ ਲਿਖੀ, ਮੁਗਲਾਂ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਕਲਮ ਨਾ ਮਾਰਤਾ ਗੋਬਿੰਦ ਸਿੰਘ ਨੇ। ਜ਼ਫਰਨਾਮਾ ਪੜ੍ਹ ਕੇ ਹੀ ਉਹ ਮੰਜੀ ਤੇ ਪੈ ਗਿਆ ਸੀ। ਤੇ ਉੱਥੇ ਜਦੋਂ ਉਹ ਬਾਰ-ਬਾਰ ਉਹਨੂੰ ਆਖਦੇ ਸੀ, ਜਦੋਂ ਸਮਾਪਤੀ ਹੁੰਦੀ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਉਦੋਂ ਇਹ ਨਹੀਂ ਸੀ ਉਹ ਬੋਲਦਾ ਤੇ ਉਹਦੀ ਜਾਨ ਨਹੀਂ ਸੀ ਨਿਕਲਦੀ। ਪਰ ਅੰਤ ਵੇਲੇ ਜਦੋਂ ਉਹਨੇ ਫਿਰ ਬੋਲਿਆ ਨਾ, ਕਿ ਉਹਨੂੰ ਮੌਲਵੀ ਨੇ ਆਖਿਆ ਬੋਲ ਦੇ ਇੱਕ ਵਾਰੀ, ਤੇਰੀ ਜਾਨ ਸੌਖੀ ਨਿਕਲ ਜਾਏਗੀ। ਜਦੋਂ ਉਹਨੇ ਬੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਿਰ ਉਹਦੀ ਜਾਨ ਨਿਕਲੀ ਸੀ। ਇਸ ਦੁਨੀਆ ਦੇ ਜਿੰਨੇ ਅਵਤਾਰ ਆਏ, ਸੰਸਾਰ ਤੋਂ ਕੂਚ ਕਰਨ ਤੋਂ ਬਾਅਦ ਉਹਨਾਂ ਦੇ ਅਨੁਯਾਈਆਂ ਨੇ ਕਲਮ ਚੁੱਕੀ ਤੇ ਉਹਨਾਂ ਦੇ ਬਾਰੇ ਲਿਖਣਾ ਸ਼ੁਰੂ ਕੀਤਾ। ਪਰ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਡੇ ਤੇ ਅੱਜ ਬੜੀ ਅਪਾਰ ਕਿਰਪਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੋਤ ਦੀ ਬੜੀ ਰਹਿਮਤ ਹੈ ਇਸ ਸੰਸਾਰ ਤੇ, ਜੋ ਅੱਜ ਵੀ ਵਰਤ ਰਹੀ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਹਨਾਂ ਦਾ ਜੀਵਨ ਵੀ ਆਪ ਲਿਖਿਆ ਅਵਤਾਰਾਂ ਦਾ, ਤੇ ਫਿਰ ਆਪਣੇ ਬਾਰੇ ਵੀ ਲਿਖਦੇ ਹਨ। ਇਹਦਾ ਇੱਕ ਕਾਰਨ ਸੀ ਗੁਰਮੁਖੋ, ਗੁਰੂ ਕਲਗੀਧਰ ਪਾਤਸ਼ਾਹ ਨੂੰ ਆਪ ਲਿਖਣ ਦੀ ਲੋੜ ਕਿਉਂ ਪਈ? ਇਸ ਕਰਕੇ ਜਿਨ੍ਹਾਂ ਨੇ ਸ੍ਰੀ ਰਾਮ ਜੀ ਦਾ ਜੀਵਨ ਲਿਖਿਆ, ਉਹ ਲਿਖਦਿਆਂ ਲਿਖਦਿਆਂ ਕਵੀ ਕਿਤੇ ਇੰਨਾ ਭਾਵਕ ਹੋ ਗਿਆ,
ਉਹਨੇ ਸਾਖਸ਼ਾਤ ਭਗਵਾਨ ਲਿਖ ਦਿੱਤਾ। ਜਦੋਂ ਕ੍ਰਿਸ਼ਨ ਜੀ ਦਾ ਜੀਵਨ ਲਿਖਿਆ, ਉਹ ਲਿਖਣ ਵਾਲਾ ਇੰਨਾ ਭਾਵੁਕ ਹੋ ਗਿਆ, ਉਹਨੂੰ ਭਗਵਾਨ ਲਿਖ ਦਿੱਤਾ। ਤੇ ਇਸ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਦਾ ਜੀਵਨ ਜੇ ਹੋਰ ਕੋਈ ਕਵੀ ਲਿਖਦਾ ਤੇ ਕੋਈ ਦੋ ਰਾਏ ਨਹੀਂ ਸੀ ਕਿ ਉਹ ਸਤਿਗੁਰਾਂ ਨੂੰ ਪ੍ਰਮਾਤਮਾ ਕਿਉਂ ਨਾ ਲਿਖਦਾ, ਕਿਉਂਕਿ ਸਤਿਗੁਰ ਦੀਆਂ ਕੁਰਬਾਨੀਆਂ ਵੇਖੀ ਜਦੋਂ, ਪਰ ਕਲਗੀਧਰ ਪਾਤਸ਼ਾਹ ਨੇ ਆਪ ਕਲਮ ਚੁੱਕੀ ਤੇ ਆਪ ਆਖਿਆ, ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਿਹ ਬਿਦ ਮੋਇਆਨੋ। ਤਪ ਸਾਧਨਾ ਕਰਦੇ ਨੂੰ ਮੈਨੂੰ ਇਸ ਸੰਸਾਰ ਤੇ ਇਸ ਕਰਕੇ ਆਉਣਾ ਪਿਆ। ਸੋ ਮੈਂ ਵਿਸ਼ੇ ਨੂੰ ਬੜਾ ਸੰਕੋਚ ਕੇ ਚੱਲਣਾ ਗੁਰਮੁਖੋ, ਸਿਰਫ ਆਪ ਸੰਗਤ ਦੇ ਦਰਸ਼ਨ ਕਰਨੇ ਸੀ, ਸਤਿਗੁਰ ਦੇ ਪੁਰਬ ਦੀ ਵਧਾਈ ਦੇਣੀ ਸੀ। ਜਿਵੇਂ ਸ੍ਰੀ ਕ੍ਰਿਸ਼ਨ ਜੀ ਆਖਦੇ, ਜਦਾ ਜਦਾ ਧਰਮਸਿਆ ਗਲਾਨੀ ਭਵਤੇ ਭਾਰਤ ਅਭਿਤੁਥਾਨਮ ਧਰਮਸਿਆ ਤਦਾਤ ਮਾਨਵ ਸੋ ਜਾਮੈ ਹਮ। ਪਵਿੱਤਰ ਨਾਮ ਸਾਧਾ ਨਾਮ ਵਿਨਾਸ਼ ਚਾਹੇ ਚਾ ਦੁਸ਼ਟ ਕਾਮ ਧਰਮ ਸੰਸਥਾਪਨ ਸੰਭਵਾਮੇ ਜੁਗੇ ਜੁਗੇ। ਜੁਗਾਂ ਜੁਗਾਂ ਦੇ ਵਿੱਚ ਧਰਮ ਦੀ ਸੰਸਥਾਪਨਾ ਵਾਸਤੇ, ਸਾਧੂਆਂ ਦੇ ਕਲਿਆਣ ਵਾਸਤੇ ਅਵਤਾਰ ਆਉਂਦੇ ਹਨ। ਤੇ ਗੁਰੂ ਕਲਗੀਧਰ ਪਾਤਸ਼ਾਹ ਆਖਦੇ, ਹਮ ਏ ਕਾਜ ਜਗਤ ਮੋਹ ਆਏ। ਮੈਂ ਇਸ ਕੰਮ ਵਾਸਤੇ ਸੰਸਾਰ ਤੇ ਆਇਆ, ਧਰਮ ਹੇਤ ਗੁਰਦੇਵ ਪਠਾਏ। ਧਰਮ ਦੇ ਕੰਮਾਂ ਲਈ ਗੁਰੂ ਪਾਤਸ਼ਾਹ ਨੇ ਮੈਨੂੰ ਇਸ ਸੰਸਾਰ ਤੇ ਭੇਜਿਆ। ਜਹਾਂ ਤਹਾਂ ਤੁਮ ਧਰਮ ਬਿਥਾਰੋ, ਜਿੱਥੇ ਜਾਓ ਧਰਮ ਦਾ ਵਿਸਥਾਰ ਕਰੋ। ਦੁਸ਼ਟ ਦੋਖੀਨ ਪਕੜ ਪਛਾਰੋ, ਦੁਸ਼ਟਾਂ ਨੂੰ ਪਕੜ ਕੇ ਪਛਾੜ ਨਾ ਕਰੋ। ਜਾਹੀ ਕਾਜ ਧਰਾ ਹਮ ਜਨਮ, ਇਸੇ ਕੰਮ ਕਰਕੇ ਅਸੀਂ ਜਨਮ ਧਾਰਨ ਕੀਤਾ। ਸਮਝ ਲਿਓ ਸਾਧੂ ਸਭ ਮਨਮ, ਤੁਸੀਂ ਸਾਨੂੰ ਭਾਵੇਂ ਸਾਧੂ ਸਮਝ ਲਓ। ਤਿੰਨ ਮੁੱਖ ਕੰਮਾਂ ਲਈ ਕਲਗੀਧਰ ਪਾਤਸ਼ਾਹ ਆਖਦੇ ਮੈਂ ਸੰਸਾਰ ਤੇ ਆਇਆ। ਪਹਿਲਾ ਕੰਮ ਸੀ ਧਰਮ ਚਲਾਵਨ, ਧਰਮ ਚਲਾਉਣ ਵਾਸਤੇ ਸਤਿਗੁਰ ਮਹਾਰਾਜ ਜੀ ਆਏ। ਤੇ ਦੂਸਰਾ ਕੰਮ ਸੀ ਸੰਤ ਉਬਾਰਨਾ, ਜਿਨ੍ਹਾਂ ਧਰੂ ਪ੍ਰਹਲਾਦ ਵਰਗੇ ਸੰਤਾਂ ਨੂੰ ਦਬਾਇਆ ਜਾ ਰਿਹਾ ਸੀ, ਉਹਨਾਂ ਨੂੰ ਨਿਖਾਰਨ ਵਾਸਤੇ ਆਏ। ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਤੀਸਰਾ ਕੰਮ ਆਖਦੇ ਦੁਸ਼ਟ ਸਭਨ ਕੋ ਮੂਲ ਉਪਾਰਨ। ਪਰ ਸਤਿਗੁਰ ਮਹਾਰਾਜ ਨੇ ਜਿਹੜਾ ਦੂਸਰਾ ਕੰਮ ਕਰਨਾ ਸੀ ਨਾ, ਸੰਤ ਉਭਾਰਨ ਵਾਲਾ, ਜਿਹੜਾ ਸੰਤਾਂ ਦਾ ਹੀ ਨਿਰਾਦਰ ਕਰਦਾ ਸੀ, ਮਾਧੋ ਦਾਸ ਬੈਰਾਗੀ, ਉਹਨੂੰ ਹੀ ਸੰਤ ਬਣਾ ਦਿੱਤਾ। ਤੇ ਉਸੇ ਕੋਲੋਂ ਹੀ ਤੀਸਰਾ ਕੰਮ ਕਰਾ ਦਿੱਤਾ, ਦੁਸ਼ਟ ਸਭਨ ਕੋ ਮੂਲ ਉਪਾਰਨ। ਦੁਸ਼ਟਾਂ ਦੀਆਂ ਜੜ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਕੋਲੋਂ ਪਟਵਾ ਦਿੱਤੀਆਂ। ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਖਿਆ ਸੀ ਨਾ, ਮੈਂ ਹਾਂ ਤੇਗ ਪਕੜ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ 100 ਤੇਗਾਂ। ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾਂ। ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਵੇਖੀਆਂ ਪਿਤਾ ਦੀਆਂ ਪਹਿਨੀਆਂ 2 ਤੇਗਾਂ। ਮੈਨੂੰ ਲਕਵਾ ਹੈ ਤੇਗ ਬਹਾਦਰੀ ਦਾ, ਮੇਰੇ ਸਾਵੇ ਨਹੀਂ ਸਕਦੀਆਂ ਲੱਖਾਂ ਹੋ ਤੇਗਾਂ। ਅੱਗੇ ਵੇਖ ਲਈ ਆਉਣ ਵਾਲੇ ਭਵਿੱਖ ਅੰਦਰ, ਮੇਰੇ ਗੋਬਿੰਦ ਨੇ ਵਾਹੁਣੀਆਂ ਉਹ ਤੇਗਾਂ। ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ, ਤੇਰੀਆਂ ਲੱਖਾਂ ਲਊਗੀ ਖੋ ਤੇਗਾਂ। ਤੇ ਉਹ ਜਿਹੜੀ ਗੁਰੂ ਗੋਬਿੰਦ ਸਿੰਘ ਦੀ ਤੇਗ ਵਿੱਚੋਂ ਫਿਰ ਕਿਹੜੀ ਤੇਗ ਨਿਕਲੀ ਸੀ? ਤੇਗ ਹੀ ਮਿਆਨੋਂ ਧੂ ਕੇ ਸ਼ਹਿਨਸ਼ਾਹ ਨੇ ਆਖਿਆ ਸੀ, ਮੇਰੀ ਤੇਗ ਬੜੀ ਪਿਆਸੀ ਇੱਕ ਸਿਰ ਚਾਹੀਦਾ। ਉਹ ਜਿਹੜੀ ਇਸ ਤੇਗ ਚੋਂ ਖਾਲਸਾ ਨਾਮੀ ਤੇਗ ਨਿਕਲੀ ਸੀ, ਉਹਦੇ ਸਾਹਮਣੇ ਉੱਥੇ ਲੱਖਾਂ ਤੇਗਾਂ ਖੁੰਡੀਆਂ ਹੋ ਗਈਆਂ ਸੀ। ਲੱਖਾਂ ਤੇਗਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਖੋਹ ਲਈਆਂ ਸੀ। ਸੋ ਭਾਈ ਨੰਦ ਲਾਲ ਜੀ ਦੇ ਬੜੇ ਸੁੰਦਰ ਬਚਨ ਹਨ, ਚਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਇੱਕ ਇਨਸਾਨ ਬਾਦਸ਼ਾਹ ਹੁੰਦਾ, ਇੱਕ ਦਰਵੇਸ਼ ਹੁੰਦਾ। ਇਸ ਧਰਤੀ ਦਾ ਇਤਿਹਾਸ ਹੈ, ਜਾਂ ਕੋਈ ਪੁਰਖ ਬਾਦਸ਼ਾਹ ਬਣਿਆ ਜਾਂ ਕੋਈ ਦਰਵੇਸ਼ ਬਣਿਆ, ਪਰ ਇੱਕੋ ਇੱਕ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ, ਜਿਹੜੇ ਬਾਦਸ਼ਾਹ ਵੀ ਹਨ ਤੇ ਦਰਵੇਸ਼ ਵੀ ਹਨ। ਭਾਈ ਗੁਰਦਾਸ ਜੀ ਆਖਦੇ ਵਾਹੋ, ਜਦੋਂ ਕਵੀ ਨੇ ਹੈਰਾਨ ਜੇ ਹੋ ਕੇ ਆਖਿਆ ਨਾ ਵਾਹੋ, ਤੇ ਵੇਖਣ ਵਾਲੇ ਸੋਚਿਆ ਕੀ ਹੋਇਆ, ਤੇ ਆਖਦੇ ਪ੍ਰਗਟਿਓ। ਕੌਣ ਪ੍ਰਗਟ ਹੋਇਆ? ਮਰਦ ਅਗੰਮੜਾ। ਇੱਕ ਮਰਦ ਪ੍ਰਗਟਿਆ, ਪਰ ਅਗੰਮੜਾ ਉਹਦੇ ਵਰਗਾ ਹੋਰ ਕੋਈ ਨਹੀਂ। ਕੌਣ ਹੈ ਉਹ? ਵਾਹੋ ਵਾਹੋ ਗੋਬਿੰਦ ਸਿੰਘ। ਉਹ ਗੁਰੂ ਗੋਬਿੰਦ ਸਿੰਘ ਹੈ, ਆਪੇ ਗੁਰ ਚੇਲਾ, ਆਪੇ ਗੁਰੂ ਵੀ ਹੈ ਤੇ ਆਪੇ ਚੇਲਾ ਹੈ। ਗੁਰਮੁਖੋ, ਮੈਂ ਬਾਦਸ਼ਾਹ ਤੇ ਦਰਵੇਸ਼ ਦਾ ਥੋੜਾ ਜਿਹਾ ਵਿਸਤਾਰ ਆਪ ਦੇ ਨਾਲ ਕਰਦਾ ਵਾਂ। ਇਸ ਧਰਤੀ ਤੇ ਜਾਂ ਤੇ ਕੋਈ ਬਾਦਸ਼ਾਹ ਹੋਇਆ ਜਾਂ ਦਰਵੇਸ਼ ਹੋਇਆ, ਪਰ ਗੁਰੂ ਕਲਗੀਧਰ ਪਾਤਸ਼ਾਹ ਬਾਦਸ਼ਾਹ ਵੀ ਹਨ ਤੇ ਦਰਵੇਸ਼ ਵੀ ਹਨ। ਜਿਹੜਾ ਬਾਦਸ਼ਾਹ ਹੈ ਨਾ, ਬਣਦਾ ਤੇ ਮਾਲਕ ਦੀ, ਪ੍ਰਮਾਤਮਾ ਦੇ ਹੁਕਮ ਚ, ਉਹਦੀ ਮਰਜ਼ੀ ਨਾਲ ਹੈ,
ਪਰ ਫਿਰ ਵੀ ਜ਼ਿਆਦਾਤਰ ਅੱਜ ਦੇ ਸਮੇਂ ਦੀ ਮੈਂ ਗੱਲ ਕਰਾਂ ਤੇ ਬਾਦਸ਼ਾਹ ਸੰਸਾਰ ਦੀ ਰਹਿਮਤ ਨਾਲ ਬਣਦਾ, ਸੰਸਾਰ ਦੀਆਂ ਵੋਟਾਂ ਦੇ ਨਾਲ ਬਣਦਾ ਹੈ। ਪਰ ਜਿਹੜਾ ਦਰਵੇਸ਼ ਹੈ ਉਹ ਧੁਰੋਂ ਦਰਗਾਹੋਂ ਇਹ ਦਾਤ ਲੈ ਕੇ ਪ੍ਰਗਟ ਹੁੰਦਾ ਹੈ। ਜਿਹੜਾ ਬਾਦਸ਼ਾਹ ਹੈ ਉਹ ਹੰਕਾਰ ਦੇ ਆਸਰੇ ਜੀਂਦਾ ਹੈ, ਦਰਵੇਸ਼ ਪਿਆਰ ਦੇ ਆਸਰੇ ਜੀਂਦਾ ਹੈ। ਬਾਦਸ਼ਾਹ ਇਹ ਗੱਲ ਆਖ ਦਿੰਦਾ ਹੈ, ਮੇਰੀ ਕੁਰਸੀ ਸਲਾਮਤ ਰਹਿਣੀ ਚਾਹੀਦੀ ਹੈ। ਤੁਹਾਡੇ ਭਾਵੇਂ ਸਾਰੇ ਬੱਚੇ ਨਸ਼ੇੜੀ ਹੋ ਜਾਣ, ਭਾਵੇਂ ਜਿੰਨੀ ਮਰਜ਼ੀ ਉਹ ਇਲੈਕਸ਼ਨ 'ਚ ਸ਼ਰਾਬਾਂ ਪਿਆਈ ਜਾਣ, ਭਾਵੇਂ ਜਿੰਨਾ ਮਰਜ਼ੀ ਕਤਲੇਆਮ ਹੋਈ ਜਾਵੇ, ਪਰ ਕੁਰਸੀ ਬਚਣੀ ਚਾਹੀਦੀ ਹੈ। ਪਰ ਦਰਵੇਸ਼ ਆਖ ਦਿੰਦਾ ਹੈ, ਪੰਥ ਵਸੇ ਮੈਂ ਉਜੜਾਂ ਮਨ ਚਾਓ ਕਨੇਰਾ। ਪੰਥ ਵਸਦਾ ਰਹੇ, ਮੈਂ ਭਾਵੇਂ ਉਜੜ ਜਾਵਾਂ, ਮੇਰੇ ਹਿਰਦੇ 'ਚ ਕਨੇਰਾ ਬਹੁਤ ਜ਼ਿਆਦਾ ਇਹ ਚਾਹ ਹੈ। ਬਾਦਸ਼ਾਹ ਨਿਰਾ ਤੇ ਨਿਰਾ ਹੰਕਾਰ ਦੇ ਆਸਰੇ ਜਿਉਂਦਾ ਹੈ, ਉਹ ਦਰਵੇਸ਼ ਪਿਆਰ ਦੇ ਆਸਰੇ ਜਿਉਂਦਾ ਹੈ। ਦਰਵੇਸ਼ ਆਖ ਦਿੰਦਾ ਹੈ, ਸਾਚ ਕਹੂੰ ਸੁਨ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਦਰਵੇਸ਼ ਹਮੇਸ਼ਾ ਆਖਦਾ ਹੈ, ਜਿਨੇ ਪਿਆਰ ਕੀਤਾ, ਪ੍ਰੇਮ ਕੀਤਾ ਲੋਕਾਈ ਦੇ ਨਾਲ, ਉਸੇ ਨੇ ਪ੍ਰਭੂ ਨੂੰ ਪਾਇਆ ਹੈ। ਹੁਣ ਇੱਕ ਬਾਦਸ਼ਾਹ ਦੇ ਹੱਥ ਵਿੱਚ ਤਲਵਾਰ ਹੈ, ਤਲਵਾਰ ਜਿਹੜੀ ਤਲੇ ਪਏ ਤੇ ਵਾਰ ਕਰਦੀ ਹੈ। ਇੱਕ ਦਰਵੇਸ਼ ਦੇ ਹੱਥ ਵਿੱਚ ਕਿਰਪਾਨ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਵਿੱਚ। ਬਾਦਸ਼ਾਹ ਔਰੰਗਜ਼ੇਬ ਦੇ ਹੱਥ ਵਿੱਚ ਤਲਵਾਰ ਹੈ, ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਕਿਰਪਾਨ ਹੈ। ਦੋਨੋਂ ਹੀ ਲੋਹੇ ਦੀ ਕਮਾਨੀ ਦੇ ਟੁਕੜੇ ਹਨ, ਪਰ ਦੋਨਾਂ ਵਿੱਚ ਅੰਤਰ ਬੜਾ ਵੱਡਾ ਹੈ। ਬਾਦਸ਼ਾਹ ਦੀ ਤਲਵਾਰ ਚੱਲਦੀ ਹੈ, ਉਹ ਦੂਸਰਿਆਂ ਦੀ ਇੱਜ਼ਤ ਆਬਰੂ ਲੁੱਟਦੀ ਹੈ। ਗੁਰੂ ਗੋਬਿੰਦ ਸਿੰਘ ਦੀ ਕਿਰਪਾਨ ਚੱਲਦੀ ਹੈ, ਉਹ ਇੱਜ਼ਤ ਆਬਰੂ ਬਚਾਉਂਦੀ ਹੈ। ਬਾਦਸ਼ਾਹ ਦੀ ਤਲਵਾਰ ਚੱਲਦੀ ਹੈ, ਉਹ ਜ਼ਬਰਦਸਤੀ ਧਰਮ ਤਬਦੀਲ ਕਰਾਉਂਦੀ ਹੈ, ਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾਨ ਚੱਲਦੀ ਹੈ, ਉਹ ਕਿਰਪਾ ਵਰਤ ਜਾਂਦੀ, ਉਹ ਧਰਮ ਬਚਾਉਂਦੀ ਹੈ। ਸੋ ਗੁਰਮੁਖ ਪਿਆਰਿਓ, ਇੱਕ ਕਵੀ ਨੇ ਬੜਾ ਸੁੰਦਰ ਲਿਖਿਆ ਹੈ। ਕਵੀ ਫਕੀਰ ਚੰਦ ਤੁਲੀ ਜੀ ਹੋਏ ਹਨ। ਉਹ ਆਖਦੇ, ਲੋਏ ਲੋਏ ਭੰਡਾਰ ਹੈ ਤੇਗ ਇਸ ਦੀ, ਉਸ ਦੀ ਤੇਗ ਸਦਕਾ ਸਿਦਕ ਪੁੱਗਦੇ ਨੇ। ਉਸ ਦੀ ਤੇਗ ਦੀ ਲਿਸ਼ਕ ਨੇ ਜੋ ਲਿਖਿਆ, ਉਸ ਦੀ ਤੇਗ ਦਾ ਕਰਨਾ ਅਨਵਾਦ ਔਖਾ। ਉਹਦੀ ਤੇਗ ਨੂੰ ਸਮਝਣਾ ਬੜਾ ਔਖਾ, ਉਹਦੀ ਤੇਗ ਦਾ ਚਖਣਾ ਸਵਾਦ ਔਖਾ। ਇੱਕ ਕਵੀ ਆਖਦਾ, ਕਲਗੀਧਰ ਪ੍ਰੀਤਮ ਦੀ ਇਹ ਅਮਰ ਕਹਾਣੀ ਏ, ਇਹ ਧਰਮ ਦਾ ਰਾਖਾ ਏ, ਸਰਬੰਸ ਦਾ ਦਾਨੀ ਏ। ਕਲਗੀਧਰ ਪ੍ਰੀਤਮ ਦੀ ਇਹ ਅਮਰ ਕਹਾਣੀ ਏ, ਇਹਦੇ ਤੀਰ ਨੇ ਸੋਨੇ ਦੇ, ਇਹਦੀ ਤੇਗ ਫੁੱਲਾਦੀ ਏ। ਰੱਖਿਆ ਮਜ਼ਲੂਮਾਂ ਦੀ ਕਰਨੇ ਦੀ ਆਦੀ ਏ, ਇਹ ਧਰਮ ਦਾ ਰਾਖਾ ਏ, ਸਰਬੰਸ ਦਾ ਦਾਨੀ ਏ। ਕਲਗੀਧਰ ਪ੍ਰੀਤਮ ਦੀ ਇਹ ਅਮਰ ਕਹਾਣੀ ਏ। ਗੁਰਮੁਖੋ, ਕਲਗੀਧਰ ਪ੍ਰੀਤਮ ਦੀਆਂ ਪੂਰਿਆਂ ਦੀਆਂ ਕਹਾਣੀਆਂ ਅਧੂਰੇ ਕੀ ਕਹਿ ਸਕਦੇ ਹਨ। ਕਲਗੀ ਵਾਲਿਆ ਲਿਖਾਂ ਕੀ ਸਿਫਤ ਤੇਰੀ, ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ। ਤੇਰੇ ਚੋਜ ਤੇ ਤੇਰੀ ਵਡਿਆਈ ਵੱਡੀ, ਤੇਰੇ ਗੁਣਾਂ ਦਾ ਚੋਜੀ ਪੰਡਾਲ ਵੱਡਾ। ਤੇਰੀ ਧਨ ਕੁਰਬਾਨੀ ਮੇਰੇ ਸ਼ਹਿਨਸ਼ਾਹ ਜੀ, ਕੀਤਾ ਸਿਰਾਂ ਦਾ ਤੂੰ ਹੀ ਵਪਾਰ ਵੱਡਾ। ਜੁਗੋ ਜੁਗ ਨਾ ਲੱਥਣਾ ਇਸ ਹਿੰਦੁਸਤਾਨੀਆਂ ਤੋਂ, ਇਸ ਦੇਸ਼ ਤੇ ਤੇਰਾ ਉਧਾਰ ਵੱਡਾ। ਜੁਗੋ ਜੁਗ ਨਾ ਲੱਥਣਾ ਤੇਰੇ ਖਾਲਸੇ ਤੋਂ, ਇਸ ਪੰਥ ਤੇ ਤੇਰਾ ਉਧਾਰ ਵੱਡਾ। ਕਲਗੀਧਰ ਪਾਤਸ਼ਾਹ ਦਾ ਬੜਾ ਵੱਡਾ ਉਧਾਰ ਹੈ ਖਾਲਸਾ ਪੰਥ ਦੇ ਉੱਤੇ। ਇੱਕ ਕਵੀ ਨੇ ਬੜਾ ਸੁੰਦਰ ਕਲਮਬੰਦ ਕੀਤਾ, ਕਲਗੀਧਰ ਪਾਤਸ਼ਾਹ ਦੇ ਅੰਦਰ ਦੇ ਖਿਆਲ ਨੂੰ ਬਿਆਨ ਕੀਤਾ ਹੈ। ਉਹ ਆਖਦਾ ਹੈ, ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਪਿਤਾ ਦੇਸ਼ ਤੋਂ ਵਾਰਿਆ ਮੈਂ। ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਸਮਾਂ ਗੁਜ਼ਾਰਿਆ ਜਿਵੇਂ ਗੁਜ਼ਾਰਿਆ ਮੈਂ। ਪੁੱਤਰ ਚਾਰ ਜੇ ਦਿੱਤੇ ਸੀ ਪਰਮਾਤਮਾ ਨੇ, ਜੋੜਾ ਜੋੜਾ ਕਰਕੇ ਵਾਰਿਆ ਮੈਂ। ਉਹ ਸਿੰਘੋ ਸ਼ਹਿਨਸ਼ਾਹ ਨਾ ਕਹੋ ਮੈਨੂੰ,
ਕਿਸ਼ਤਾਂ ਨਾਲ ਕਰਜ਼ ਉਤਾਰਿਆ ਮੈਂ, ਕਿਸ਼ਤਾਂ ਨਾਲ ਕਰਜ਼ ਉਤਾਰਿਆ ਮੈਂ। ਆਖਦੇ ਮੈਨੂੰ ਸ਼ਹਿਨਸ਼ਾਹ ਨਾ ਕਹੋ। ਕਿਸ਼ਤਾਂ ਨਾਲ ਕਰਜ਼ਾ ਉਤਾਰਨ ਵਾਲਾ ਸ਼ਹਿਨਸ਼ਾਹ ਕਿਵੇਂ ਹੋ ਸਕਦਾ? ਇਹ ਪਰਮਾਤਮਾ ਨੇ 4 ਪੁੱਤਰ ਮੈਨੂੰ ਦਿੱਤੇ ਸੀ, ਮੈਂ ਤੇ 2 ਕਿਸ਼ਤਾਂ 'ਚ ਕਰਕੇ ਵਾਪਸ ਕਰਜ਼ਾ ਉਤਾਰਿਆ ਹੈ। ਸੋ ਅੱਜ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ। ਇੱਕ ਬੇਨਤੀ ਇੱਥੇ ਮੈਂ ਹੋਰ ਕਰਨੀ ਹੈ। ਬੜੇ ਸਾਲ ਹੋ ਗਏ ਗਾਉਂਦਿਆਂ ਨੂੰ, 300 ਸਾਲ ਗੁਰੂ ਦੇ ਨਾਲ, 350 ਸਾਲ ਗੁਰੂ ਦੇ ਨਾਲ। ਸੋ ਗੁਰਮੁਖ ਪਿਆਰਿਓ, 3.5 ਘੜੀਆਂ ਵੀ ਗੁਰੂ ਦੇ ਨਾਲ ਚੱਲੇ ਆ ਕਿ ਨਹੀਂ ਚੱਲੇ? ਬੜੇ ਸਾਲ ਹੋ ਗਏ ਗੁਰੂ ਘਰ ਜਾਂਦੇ ਨੂੰ। ਅੱਜ ਮੈਂ ਇੱਕ ਬੇਨਤੀ ਕਰਾਂ, ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਨਾ ਮੰਦਰ ਜਾ ਕੇ ਆਇਓ, ਫਿਰ ਮਸਜਿਦ ਜਾ ਕੇ ਆਇਓ, ਫਿਰ ਚਰਚ ਜਾ ਕੇ ਆਇਓ, ਫਿਰ ਗੁਰਦੁਆਰਾ ਸਾਹਿਬ ਆਇਓ। ਪਰ ਚਾਰੋਂ ਜਗ੍ਹਾ ਤੇ ਇੱਕੋ ਇੱਕ ਸਵਾਲ ਕਰਨਾ ਹੈ। ਮੰਦਰ ਜਾ ਕੇ ਆਖਣਾ, ਪੰਡਤ ਜੀ ਮੈਂ ਵੀ ਸੱਚਾ ਸੁੱਚਾ ਹਿੰਦੂ ਹਾਂ। ਤੇ ਪੰਡਤ ਜੀ ਤੁਹਾਨੂੰ ਜਾਂਦਿਆਂ ਹੀ ਪੁੱਛੇਗਾ, ਤੇਰਾ ਮੁੰਡਨ ਸੰਸਕਾਰ ਹੋਇਆ? ਤੁਸੀਂ ਕਹੋਗੇ ਨਹੀਂ। ਉਹ ਕਹੇਗਾ, ਜਾ ਭਾਵੇਂ ਸਿਰ ਮਨਾਈ ਫਿਰਦਾ ਹਿੰਦੂ ਭਾਈਆਂ ਵਾਂਗੂ, ਪਰ ਤੂੰ ਹਿੰਦੂ ਨਹੀਂ ਹੋ ਸਕਦਾ, ਤੇਰਾ ਮੁੰਡਨ ਨਹੀਂ ਹੋਇਆ, ਤੂੰ ਦੇਖਣ ਨੂੰ ਸਿੱਖ ਲੱਗਦਾ। ਫਿਰ ਚਰਚ ਜਾ ਕੇ ਕਈ ਪਾਦਰੀ ਸਾਹਿਬ, ਮੈਂ ਸੱਚਾ ਸੁੱਚਾ ਈਸਾਈ ਹਾਂ। ਪਾਦਰੀ ਸਾਹਿਬ ਪੁੱਛੇਗਾ, ਬਪਤਿਸਮਾ ਲਿਆ? ਤੁਸੀਂ ਕਹੋਗੇ ਨਹੀਂ। ਉਹ ਕਹੇਗਾ, ਜਾ ਝੂਠ ਨਾ ਬੋਲ, ਭਾਵੇਂ ਸਾਈਆਂ ਵਾਂਗ ਸਿਰ ਮਨਾਈ ਫਿਰਦਾ, ਪਰ ਤੂੰ ਸਾਈ ਨਹੀਂ ਹੋ ਸਕਦਾ। ਫਿਰ ਮਸਜਿਦ ਜਾ ਕੇ ਮੌਲਵੀ ਸਾਹਿਬ ਨੂੰ ਕਹਿਣਾ, ਮੌਲਵੀ ਸਾਹਿਬ ਮੈਂ ਸੱਚਾ ਸੁੱਚਾ ਮੁਸਲਮਾਨ ਹਾਂ। ਉਹ ਤੁਹਾਨੂੰ ਪੁੱਛਣਗੇ ਕਿ ਤੁਹਾਡੀ ਸੁਨਤ ਹੋਈ? ਤੁਸੀਂ ਕਹੋਗੇ ਨਹੀਂ। ਉਹ ਕਹੇਗਾ, ਜਾ ਝੂਠ ਨਾ ਬੋਲ, ਤੂੰ ਮੁਸਲਮਾਨ ਨਹੀਂ ਹੋ ਸਕਦਾ, ਭਾਵੇਂ ਸਿਰ ਜ਼ਕਰੀਆ ਖਾਨ ਵਾਂਗੂ ਦਾੜੀ ਕਟਾਈ ਫਿਰਦਾ, ਮਨਾਈ ਫਿਰਦਾ, ਪਰ ਤੂੰ ਸਿੱਖ ਲੱਗਦਾ। ਫਿਰ ਜਾ ਕੇ ਗੁਰੂ ਦਰਬਾਰ 'ਚ ਖੜੇ ਹੋ ਜਾਇਓ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ 10 ਪਾਤਸ਼ਾਹੀਆਂ ਦੇ ਆਤਮਿਕ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮੈਂ ਤੁਹਾਡਾ ਸਿੱਖ ਹਾਂ। ਤੇ ਮੇਰੇ ਸ਼ਹਿਨਸ਼ਾਹ ਆਖਦੇ, ਮੈਂ ਕਿਸੇ ਕਵੀ ਦੀ ਗੱਲ ਹੀ ਨਹੀਂ ਕਰ ਰਿਹਾ, ਜਰਨੈਲ ਦੀ ਗੱਲ ਨਹੀਂ ਕਰ ਰਿਹਾ। ਕਵੀਆਂ ਦੇ ਕਵੀ, ਜਰਨੈਲਾਂ ਦੇ ਜਰਨੈਲ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਦੀ ਕਲਮ ਦੀ ਗੱਲ ਕਰਦਾ। ਸ਼ਹਿਨਸ਼ਾਹ ਆਖਦੇ, ਜਬ ਹਮਰੇ ਦਰਸ਼ਨ ਕੋ ਆਓ, ਜਦੋਂ ਮੈਨੂੰ ਮਿਲਣ ਆਓ। ਗੁਰੂ ਗ੍ਰੰਥ ਸਾਹਿਬ ਨੂੰ ਮਿਲਣ ਆਉਂਦੇ ਨਾ ਅਸੀਂ, 10 ਪਾਤਸ਼ਾਹੀਆਂ ਦੇ ਆਤਮਿਕ ਸਰੂਪ। ਜਬ ਹਮਰੇ ਦਰਸ਼ਨ ਕੋ ਆਓ, ਬਨ ਸੁਚੇਤ ਸੋਹਣੇ ਜੇ ਬਣ ਕੇ ਆਓ, ਤਨ ਸ਼ਸਤਰ ਸਜਾਓ, ਤਨ ਤੇ ਸ਼ਸਤਰ ਸਜਾ ਕੇ ਆਓ। ਕਮਰ ਕਸਾ ਕਰ ਦੇਵੋ ਦਿਖਾਈ, ਹਮਰੀ ਖੁਸ਼ੀ ਹੋਏ ਦਿਖਾਈ। ਕਮਰ ਕਸਾ ਤਿਆਰੀ ਦਾ ਨਿਸ਼ਾਨੀ ਹੁੰਦੀ ਹੈ। ਫਿਰ ਸਤਿਗੁਰੂ ਆਖਦੇ, ਧਰੇ ਕੇਸ ਪਾਹੁਲ ਬਿਨ ਭੇਖੀ ਮੂੜਾ ਸਿੱਖ। ਜੇ ਖੰਡੇ ਦੀ ਪਹੁਲ ਨਹੀਂ ਲਈ, ਕੇਸ ਨਹੀਂ ਧਾਰਨ ਕੀਤੇ, ਅੰਮ੍ਰਿਤ ਨਹੀਂ ਛਕਿਆ, ਇਹ ਮੂਰਖ ਸਿੱਖਾਂ ਵਿੱਚ ਭੇਖ ਧਾਰਨ ਕਰਕੇ ਬਹਿ ਗਿਆ, ਇਹ ਸਿੱਖ ਨਹੀਂ ਹੋ ਸਕਦਾ। ਸੋ ਸਤਿਗੁਰੂ ਕਿਰਪਾ ਕਰਨ। ਗੁਰਮੁਖ ਪਿਆਰਿਓ, ਹਿੰਦੂ ਭਾਈ ਤੁਹਾਨੂੰ ਹਿੰਦੂ ਨਹੀਂ ਮੰਨਦਾ, ਮੁਸਲਮਾਨ ਮੁਸਲਮਾਨ ਨਹੀਂ ਮੰਨਦਾ, ਈਸਾਈ ਈਸਾਈ ਨਹੀਂ ਮੰਨਦਾ, ਗੁਰੂ ਕਲਗੀਧਰ ਪਾਤਸ਼ਾਹ ਆਪਣੇ ਸਿੰਘ ਨਹੀਂ ਮੰਨਦੇ। ਕਿੱਥੇ ਗਿਣਤੀ ਕਰਾਈ ਬੈਠੇ ਹੋ? ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਨਗੁਰੇ ਕਾ ਹੈ ਨਾਉ ਬੁਰਾ। ਵਾਸਤਾ ਹੈ ਤੁਹਾਨੂੰ ਕਲਗੀਧਰ ਪਾਤਸ਼ਾਹ ਦੀਆਂ ਕੁਰਬਾਨੀਆਂ ਦਾ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰਬਾਣੀ ਨਾਲ ਜੁੜਨਾ ਕਰੋ। ਆਪਣੇ ਜਨਮ ਦਿਨ ਵਾਲੇ ਦਿਨ ਸਹਿਜ ਪਾਠ ਆਰੰਭ ਕਰਿਆ ਕਰੋ। 4 ਰੰਗ ਰੋਜ਼ ਦੇ ਕਰੋਗੇ ਤੇ ਸਾਲ ਵਿੱਚ ਸਹਿਜ ਪਾਠ ਸਾਹਿਬ ਦਾ ਭੋਗ ਪੈ ਜਾਏਗਾ। ਸਾਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣਗੇ। ਗੁਰੂ ਸਾਹਿਬ ਆਖਦੇ, ਜਿਨੀ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਉਹ ਮਾਨਸ ਜੂਨ ਨਾ ਆਖੀਨ ਪਸ਼ੂ ਢੋਰ ਗਵਾਰ। ਜਿਹੜੇ ਸ਼ਬਦ ਦੀ ਵਿਚਾਰ ਨਹੀਂ ਕਰਦੇ, ਉਹ ਪਸ਼ੂਆਂ ਦੇ ਨਿਆਈ ਹਨ। ਅਜੇ ਤੇ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਦਰਸ਼ਨ ਨਹੀਂ ਕੀਤੇ। ਪੜ੍ਹਾਂਗੇ ਕਦੋਂ, ਵਿਚਾਰਾਂਗੇ ਕਦੋਂ, ਤੇ ਇਨਸਾਨਾਂ ਦੀ ਕਤਾਰ ਵਿੱਚ ਕਦੋਂ ਆਵਾਂਗੇ? ਸੋ ਸਤਿਗੁਰੂ ਮਹਾਰਾਜ ਦਾ ਗੁਰਪੁਰਬ ਮਨਾਉਂਦੀ ਹੋਈ ਸਾਧ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਜੀਵਨ ਦੇ ਵਿੱਚ ਸਹਿਜ ਪਾਠ ਦੇ ਨਾਲ ਜੁੜੋ, ਗੁਰਬਾਣੀ ਨਾਲ ਜੁੜਨਾ ਕਰੋ। ਸਤਿਗੁਰ ਦੇ ਪੁਰਬ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।